ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਹੀ ਵਡਭਾਗੇ ਹੋ, ਸਤਿਗੁਰਾਂ ਦੀ ਮਹਾਨ ਕਿਰਪਾ ਹੋਈ। ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਸਰਵਣ ਕਰ ਰਹੇ ਹੋ। ਦਸਵੀਂ ਅਸ਼ਟਪਦੀ ਦੀ ਸੰਪੂਰਨ ਕਥਾ ਆਪ ਜੀ ਨੇ ਸਰਵਣ ਕੀਤੀ ਆ। 10 ਅਸ਼ਟਪਦੀਆਂ ਤੱਕ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 11ਵੀਂ ਅਸ਼ਟਪਦੀ, ਇਸ ਨੂੰ ਆਰੰਭ ਕਰਨ ਤੋਂ ਪਹਿਲਾਂ ਸ਼ਲੋਕ ਉਚਾਰਦੇ ਹਨ, ਫਿਰ ਅਸ਼ਟਪਦੀ ਉਚਾਰਨ ਕਰਦੇ ਹਨ। ਸਤਿਗੁਰਾਂ ਨੇ ਇਸ ਅਸ਼ਟਪਦੀ ਵਿੱਚ ਕੀ ਸਾਨੂੰ ਉਪਦੇਸ਼ ਦਿੱਤਾ ਹੈ, ਪੌੜੀ ਦਰ ਪੌੜੀ ਕਰਕੇ ਅਸੀਂ ਸਰਵਣ ਕਰਨਾ ਹੈ। ਆਓ ਅੱਜ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਸ਼ਲੋਕ ਤੇ ਇੱਕ ਪੌੜੀ ਦੀ ਕਥਾ ਵਿਚਾਰ ਹੋਵੇਗੀ। ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਉਪਦੇਸ਼ ਦੇ ਰਹੇ ਹਨ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਹਾਰਣੈ, ਜਲ ਥਲ ਮਹੀਅਲ ਸੋਏ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਗੁਰ ਫਰਮਾਉਂਦੇ ਹਨ ਕਿ ਕਰਨ ਕਾਰਨ ਪ੍ਰਭ ਏਕ ਹੈ, ਭਾਵ ਕਿ ਸਾਰੇ ਹੀ ਕਾਰਜਾਂ ਦੇ ਕਰਨ ਵਾਲਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਇਸ ਸਾਰੇ ਹੀ ਜਗਤ ਦਾ ਮੂਲ ਕਾਰਨ, ਭਾਵ ਕਿ ਬਣਾਉਣ ਵਾਲਾ ਇੱਕ ਅਕਾਲ ਪੁਰਖ ਹੀ ਹੈ, ਤੇ ਦੂਸਰ ਨਾਹੀ ਕੋਇ, ਹੋਰ ਕੋਈ ਦੂਸਰਾ ਨਹੀਂ। ਜਿਵੇਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਆਪੀ ਜਗਤ ਇਹ ਕਹਿੰਦਾ ਹੈ ਕਿ ਇੱਕ ਸੰਸਾਰੀ ਵਿਸ਼ਨੂੰ, ਇੱਕ ਭੰਡਾਰੀ ਬ੍ਰਹਮਾ, ਇੱਕ ਲਾਏ ਦੀ ਬਾਣ ਵੀ ਸ਼ਿਵ ਜੀ। ਇਸ ਤਰ੍ਹਾਂ ਪਰ ਸਤਿਗੁਰ ਅੱਗੇ ਕੀ ਫਰਮਾਉਂਦੇ ਨੇ, ਕਹਿੰਦੇ ਕਿ ਜੇ ਇਹਨਾਂ ਨੂੰ ਵੀ ਅਕਾਲ ਪੁਰਖ ਨੇ ਹੁਕਮ ਕੀਤਾ ਹੈ ਕਿ ਤੁਸੀਂ ਸੰਸਾਰ ਦੀ ਰਚਨਾ ਕਰਨੀ ਹੈ, ਸੰਸਾਰ ਨੂੰ ਭੰਡਾਰੇ ਦੇਣੇ ਨੇ, ਤੇ ਇੱਕ ਨੂੰ ਵੀ ਤੁਸੀਂ ਵੀ ਜਿਸ ਸੰਸਾਰ ਦੇ ਵਿੱਚ ਉਤਪਤੀ ਕੀਤੀ ਆ, ਇਹਨਾਂ ਦੀ ਬੰਦ ਖਲਾਸੀ, ਭਾਵ ਕਿ ਇਹਨਾਂ ਨੂੰ ਮਾਰਨ ਵਾਲਾ ਵੀ ਅਕਾਲ ਪੁਰਖ ਨੇ ਹੁਕਮ ਦੇ ਅੰਦਰ ਹੈ। ਇਸੇ ਤਰ੍ਹਾਂ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਫਰਮਾਉਂਦੇ ਸਨ ਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ। ਜਿਵੇਂ ਅਕਾਲ ਪੁਰਖ ਪਰਮੇਸ਼ਰ ਨੂੰ ਭਾਉਂਦਾ ਆ, ਉਸੇ ਤਰ੍ਹਾਂ ਹੀ ਉਹ ਚਲਾਉਂਦਾ ਹੈ। ਇਸੇ ਤਰ੍ਹਾਂ ਇੱਕ ਪੁਰਾਤਨ ਸਾਖੀ ਵੀ ਮਿਲਦੀ ਹੈ ਕਿ ਖੇਤਾਂ ਦੇ ਵਿੱਚ, ਭਾਵ ਵੀ ਮੀਂਹ ਨਾ ਪੈਣ ਕਰਕੇ ਪੁਰਾਤਨ ਸਮੇਂ ਦੀ ਇਹ ਗੱਲ ਹੈ ਕਿ ਸਾਰੇ ਸੰਸਾਰ ਨੇ ਫਸਲ ਬੀਜਣੀ ਸੀ, ਕੋਈ ਪਦਾਰਥ ਨਾ ਹੋਇਆ, ਲੋਕ ਭੁੱਖੇ ਮਰਨ ਲੱਗ ਪਏ। ਭਾਵ ਕਿ ਸ਼ਿਵ ਜੀ ਨੇ ਕਹਿੰਦੇ ਇਹ ਬੇਨਤੀ ਕੀਤੀ ਸੀ ਅਕਾਲ ਪੁਰਖ ਨੂੰ ਕਿ ਇਹ ਜਿਹੜੀ
ਮੇਰੀ ਜਿਹੜੀ ਖੁਆਇਸ਼ ਹੈ, ਮੇਰੀ ਇੱਛਾ ਹੈ ਕਿ ਮੈਂ ਸੰਸਾਰ ਨੂੰ ਭੋਜਨ ਦੇਵਾਂਗਾ। ਪਰ ਕਾਲ ਪੁਰਖ ਨੂੰ ਸਾਨੂੰ ਵੀ ਇੱਕ ਇੱਥੇ ਸਿੱਖਿਆ ਮਿਲਦੀ ਹੈ ਕਿ ਜਿੱਥੇ ਪਰਮੇਸ਼ਰ ਕਾਲ ਪੁਰਖ ਨੇ ਸਾਨੂੰ ਰੱਖਿਆ ਹੈ, ਉਹ ਸਾਡੇ ਸੋਚ ਦੇ ਮੁਤਾਬਕ ਉਸਨੇ ਸਹੀ ਜਗ੍ਹਾ ਤੇ ਸਾਨੂੰ ਰੱਖਿਆ ਹੈ। ਸੋ ਸਤਿਗੁਰਾਂ ਨੇ ਕਿਰਪਾ ਕੀਤੀ, ਅਕਾਲ ਪੁਰਖ ਨੇ, ਕਿ ਤੁਹਾਡੇ ਸੁਭਾਅ ਦੇ ਕਾਰਨ ਜਿਹੜੀ ਤੁਹਾਨੂੰ ਇਹ ਚੀਜ਼ ਸੌਂਪੀ ਗਈ ਆ, ਤੁਸੀਂ ਦੁਨੀਆ ਨੂੰ ਭਾਵ ਕਿ ਇੱਥੋਂ ਜਗਤ ਵਿੱਚੋਂ ਲੈ ਕੇ ਆਓਗੇ, ਇਹ ਡਿਊਟੀ ਆ ਤੁਹਾਡੀ। ਪਰ ਕਹਿੰਦੇ ਕਿ ਮਹਾਦੇਵ ਨੇ ਜਿੱਦ ਕੀਤੀ ਕਾਲ ਪੁਰਖ ਅੱਗੇ। ਪਰਮੇਸ਼ਰ ਕਾਲ ਪੁਰਖ ਨੇ ਸੰਸਾਰ ਦੀ ਜਿਹੜਾ ਭੰਡਾਰ ਦੇਣ ਵਾਸਤੇ ਉਹ ਡਿਊਟੀ ਇਸ ਦੀ ਲਾ ਦਿੱਤੀ। ਇਸੇ ਤਰ੍ਹਾਂ ਜਦ ਇਹ ਡਿਊਟੀ ਤਾਂ ਲੱਗ ਗਈ, ਪਰ ਕਿਉਂਕਿ ਹੁਣ ਹੁਕਮ ਇਸ ਦਾ ਹੋਣਾ ਸੀ, ਮਹਾਦੇਵ ਨੇ ਕਰਨਾ ਸੀ ਕਿ ਇਹ ਕਰੇਗਾ ਤੇ ਮੀਂਹ ਪਵੇਗਾ ਬ੍ਰਹਮਾ ਨੂੰ। ਪਰ ਇਸ ਤਰ੍ਹਾਂ ਹੋਇਆ ਕਿ ਜਿਸ ਦੇ ਸੁਭਾਵ ਕਰਨ ਜੋ ਡਿਊਟੀ ਲਾਈ ਸੀ ਉਹ ਸੁਭਾਵ ਚੇਂਜ ਨਾ ਹੋਇਆ। ਸਾਲ ਬੀਤਿਆ, 2 ਸਾਲ ਬੀਤੇ, ਪਰਮੇਸ਼ਰ ਕਾਲ ਪੁਰਖ ਨੂੰ ਬੜਾ ਰਾਧਿਆ। ਸੰਸਾਰ ਨੇ, ਸਾਰੇ ਲੋਕਾਂ ਨੇ, ਧਰਤੀ ਦੇ ਵਸਦੇ ਜੀਵਾਂ ਨੇ ਰਾਧਿਆ ਕਿ ਮੀਂਹ ਪਿਆ ਨਹੀਂ। ਪਰ ਜਿੰਨਾ ਤੱਕ ਮਹਾਦੇਵ ਡਮਰੂ ਨਹੀਂ ਵਜਾਵੇਗਾ, ਉਹਨਾਂ ਤੇ ਕਹਿੰਦੇ ਕਿ ਇੰਦਰ ਦੇਵਤੇ ਨੇ ਮੀਂਹ ਨਹੀਂ ਸੀ ਪਾਉਣਾ। ਇਸ ਤਰ੍ਹਾਂ ਇਹ ਸਾਰੇ ਲੋਕ ਭੁੱਖੇ ਮਰਨ ਲੱਗ ਪਏ, ਜੀਵ ਜੰਤੂ ਮਰਨ ਲੱਗ ਪਏ ਮੀਂਹ ਨਾ ਪੈਣ ਕਾਰਨ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਸਮੇਂ ਨੂੰ ਤੱਕਿਆ ਤੇ ਆਖਰਕਾਰ ਬ੍ਰਹਮਾ ਨੂੰ ਹੁਕਮ ਕੀਤਾ ਤੇ ਮੀਂਹ ਪਿਆ। ਫਿਰ ਸ਼ਿਵ ਜੀ ਨੇ ਮਹਾਦੇਵ ਨੇ ਬੇਨਤੀ ਕੀਤੀ, ਕਾਲ ਪੁਰਖ ਜੀ, ਇਹ ਮੇਰੇ ਹੁਕਮ ਦੀ ਉਲੰਘਣਾ ਹੋਈ ਆ। ਤੁਸੀਂ ਮੈਨੂੰ ਸ਼ਕਤੀ ਦਿੱਤੀ ਆ ਕਿ ਮੈਂ ਹੀ ਸੰਸਾਰ ਨੂੰ ਭੰਡਾਰ ਦੇਵਾਂਗਾ, ਪਰ ਤੁਸੀਂ ਮੇਰੀ ਆਗਿਆ ਤੋਂ ਬਗੈਰ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਮੇਰੇ ਸ਼ਕਤੀ ਦਾ ਕੀ ਅਸਰ ਰਿਹਾ? ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਤੁਹਾਨੂੰ ਸੰਸਾਰ ਨੂੰ ਭੰਡਾਰ ਦੇਣ ਵਾਸਤੇ ਕਿਹਾ ਸੀ, ਮਾਰਨ ਵਾਸਤੇ ਨਹੀਂ ਕਿਹਾ। ਇਸੇ ਕਰਕੇ ਤੁਹਾਡੀ ਡਿਊਟੀ ਮਾਰਨ ਵਾਸਤੇ ਲਾਈ ਸੀ, ਤੁਸੀਂ ਉਸ ਨੂੰ ਛੱਡ ਕੇ ਇਹ ਲੈਣਾ ਕੀਤੀ ਆ। ਪਰ ਸੰਸਾਰ ਤੇ ਫਿਰ ਮਾਰ ਹੀ ਰਿਹਾ, ਡਿਊਟੀ ਤੇ ਆਪਣੀ ਤੁਸੀਂ ਨਿਭਾ ਰਹੇ ਹੋ। ਪਰ ਇਸ ਤਰ੍ਹਾਂ ਜਿਹੜਾ ਸੰਸਾਰ ਨੂੰ ਭੰਡਾਰ ਮਿਲਣਾ ਸੀ ਉਹ ਨਹੀਂ ਮਿਲ ਰਿਹਾ। ਸੋ ਇਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਨੇ, ਜੋ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ। ਜਿਵੇਂ ਅਕਾਲ ਪੁਰਖ ਆਪਣੀ ਕੋਲ ਸ਼ਕਤੀ ਆ, ਤੇ ਉਹ ਜਿਵੇਂ ਇਹਨਾਂ ਨੂੰ ਵਿਸ਼ਨੂੰ ਬ੍ਰਹਮਾ ਸ਼ਿਵ ਜੀ ਨੂੰ ਹੁਕਮ ਕਰਦਾ, ਉਸੇ ਤਰ੍ਹਾਂ ਇਹ ਚੱਲਦੇ ਨੇ। ਇਸ ਕਰਕੇ ਸਤਿਗੁਰ ਕਿਰਪਾ ਕਰਦੇ ਨੇ, ਇੱਥੇ ਵੀ ਹਨ ਕਿ ਕਰਨ ਕਾਰਨ ਪ੍ਰਭ ਏਕ ਹੈ। ਕਰਨ ਕਰਨ ਵਾਲਾ ਪ੍ਰਭੂ ਪਰਮੇਸ਼ਰ ਇੱਕ ਹੈ। ਜੋ ਮਰਜੀ ਉਹ ਆਪ ਆਪਣੀ ਹੀ ਕਿਰਪਾ ਦ੍ਰਿਸ਼ਟੀ ਨਾਲ ਕਰਦਾ ਹੈ, ਦੂਸਰਾ ਨਾ ਹੀ ਕੋਈ ਦੂਸਰਾ ਹੋਰ ਨਹੀਂ ਹੈ। ਨਾਨਕ ਤਿਸ ਬਲ ਹਾਰਣੈ, ਜਲ ਥਲ ਮਹੀਅਲ ਸੋਏ। ਸਤਿਗੁਰ ਫਰਮਾਉਂਦੇ ਹਨ ਕਿ ਹੇ ਨਾਨਕ, ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜੋ ਜਲ ਵਿੱਚ, ਥਲ ਵਿੱਚ ਤੇ ਧਰਤੀ ਦੇ ਤਲ ਉਤੇ ਭਾਵ ਆਕਾਸ਼ ਵਿੱਚ ਮੌਜੂਦ ਹੈ। ਅਸ਼ਟਪਦੀ, ਇਸ ਅਸ਼ਟਪਦੀ ਵਿੱਚ ਵੀ ਭਾਵ 8 ਪਦ ਨੇ। ਤੇ ਸਤਿਗੁਰ ਫਰਮਾਉਂਦੇ ਹਨ, ਕਰਨ ਕਰਾਵਨ ਕਰਨੈ ਜੋਗ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਕਰਨ ਕਰਾਵਨ ਕਰਨੇ ਜੋਗ। ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਆਂ ਨੂੰ ਕੰਮ ਕਰਨ ਲਈ ਪ੍ਰੇਰਨ ਯੋਗ ਵੀ ਹੈ। ਆਪ ਹੀ ਜੋ ਪਰਮੇਸ਼ਰ ਕਾਲ ਪੁਰਖ ਕਰਾਉਣਾ ਚਾਹਵੇ ਉਹੀ ਉਹ ਕਰਨਗੇ। ਕਿ ਕਿਸੇ ਦਾ ਕੋਈ ਜ਼ੋਰ ਨਹੀਂ ਆ ਕਿ ਕੋਈ ਚਾਹਵੇ ਕਿ ਮੈਂ ਇਸ ਤਰ੍ਹਾਂ ਕਰ ਲਵਾਂ। ਇਸ ਕਰਕੇ ਸਤਿਗੁਰ ਕਿਰਪਾ ਕਰਨ, ਕਰਨ ਕਰਾਵਨ ਕਰਨੇ ਯੋਗ। ਵੀ ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਤੇ ਜੀਆਂ ਨੂੰ ਕੰਮ ਕਰਨ ਲਈ ਪ੍ਰੇਰਨ ਯੋਗ ਵੀ ਹੈ। ਜੋ ਤਿਸ ਭਾਵ ਹੈ ਸੋਈ ਹੋਗ। ਉਹੀ ਕੁਝ ਹੁੰਦਾ ਹੈ ਜੋ ਉਸਨੂੰ ਚੰਗਾ ਲੱਗਦਾ ਹੈ, ਜੋ ਉਸਨੂੰ ਭਾਉਂਦਾ ਹੈ ਉਹੀ ਇਸ ਸ੍ਰਿਸ਼ਟੀ ਉੱਤੇ ਹੋਈ ਜਾ ਰਿਹਾ ਹੈ। ਖਿਨ ਮਹਿ ਥਾਪਿਓ ਥਾਪਨ ਹਾਰਾ। ਪ੍ਰਭੂ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਖਿਨ ਮਹਿ ਥਾਪਿਓ ਥਾਪਨ ਹਾਰਾ।
ਖਿਣ ਦੇ ਵਿੱਚ ਹੀ ਉਹ ਥਾਪ, ਭਾਵ ਜਿਵੇਂ ਸਤਿਗੁਰ ਫਰਮਾਉਂਦੇ ਹਨ ਕਿ ਖਿਣ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ, ਭਾਵ ਕਿ ਖਿਣ ਦੇ ਵਿੱਚ ਹੀ ਅੱਖ ਦੇ ਫੋਰ ਨਿਆਇਕ ਮਤ ਦੇ ਅਨੁਸਾਰ ਪਿੱਪਲ ਦੇ ਪੱਤੇ ਦੇ ਵਿੱਚ ਸੂਈ ਖਬੋਦੀ ਹੈ ਤੇ ਇਤਨੇ ਵਿੱਚ 4 ਖਿਣ ਗੁਜ਼ਰ ਜਾਂਦੇ ਨੇ, ਤੇ ਉਹ ਖਿਣ ਇਸ ਤੋਂ ਵੀ ਉਹ ਸੂਈ ਪਿੱਪਲ ਦੇ ਪੱਤੇ ਵਿੱਚ ਖੁੱਭੇਗੀ ਤੇ ਚੌਥਾ ਹਿੱਸਾ ਉਸਦਾ ਕਿੰਨਾ ਬਰੀਕ ਹੋਵੇਗਾ, ਭਾਵ ਕਿ ਉਹਨੇ ਸਕਿੰਟ ਵਿੱਚ, ਸਕਿੰਟ ਵੀ ਬਹੁਤ ਵੱਡਾ ਸਮਾਂ ਹੈ, ਭਾਵ ਕਿ ਇੰਨਾ ਖਿਣ ਮਾਤਰ ਇਹ ਇੰਨਾ ਚੀਜ਼ ਨਿੱਕੀ ਹੈ, ਭਾਵ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ, ਵਾਲ ਤੋਂ ਵੀ ਬਰੀਕ ਖਿਣ ਮਾਤਰ ਇਹ ਹੈ ਕਿ ਖਿਣ ਵਿੱਚ ਹੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਇਸ ਸੰਸਾਰ ਨੂੰ ਅੱਖ ਦੀ ਫੋਰ ਦੇ ਨਾਲ, ਅੱਖ ਦਾ ਫੋਰ ਵੀ ਝਮੱਕਾ ਵੀ ਇਹ ਬਹੁਤ ਸਮਾਂ ਲਾਵੇਗਾ। ਇਸ ਤੋਂ ਵੀ ਪਹਿਲਾਂ ਸਤਿਗੁਰ ਕਿਰਪਾ ਕਰਦੇ ਨੇ ਕਿ ਜਗਤ ਨੂੰ ਪੈਦਾ ਕਰਕੇ ਨਾਸ਼ ਵੀ ਕਰਨ ਵਾਲਾ ਹੈ। ਅੰਤ ਨਹੀਂ ਕਿਛ ਪਾਰਾਵਾਰ, ਤੇ ਉਸ ਦੀ ਤਾਕਤ ਦਾ ਕੋਈ ਵੀ ਹੱਦ ਬੰਨਾ ਨਹੀਂ, ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ, ਕੋਈ ਵੀ ਅੰਤ ਨਹੀਂ ਪਾ ਸਕਦਾ ਉਸ ਅਕਾਲ ਪੁਰਖ ਦੀ ਤਾਕਤ ਦਾ। ਹੁਕਮ ਹੈ ਧਾਰ ਆਧਾਰ ਰਖਾਵੈ, ਸਤਿਗੁਰੂ ਜੀ ਇੱਥੇ ਫਰਮਾਉਂਦੇ ਹਨ ਹੁਕਮ ਹੈ ਧਾਰ ਆਧਾਰ ਰਖਾਵੇ, ਭਾਵ ਕਿ ਇੱਥੇ ਸੁਖਮਨੀ ਸਾਹਿਬ ਦੇ ਵਿੱਚ ਜਦੋਂ ਸੰਗਤੀ ਰੂਪ ਦੇ ਵਿੱਚ ਸੰਗਤਾਂ ਪਾਠ ਕਰਦੀਆਂ ਸੁਖਮਨੀ ਸਾਹਿਬ ਦਾ, ਉੱਥੇ ਵੀ ਇਹ ਗਲਤੀ ਆਖਰਕਾਰ ਸੰਗਤਾਂ ਕੋਲ ਹੁੰਦੀ ਆ, ਜਦੋਂ ਅਸੀਂ ਸੰਥਿਆ ਨਹੀਂ ਕੀਤੀ ਜਾਂਦੀ ਉੱਥੇ ਅਸੀਂ ਇਹਨੂੰ ਅਦਰ ਪੜ੍ਹ ਦਿੰਦੇ ਹਾਂ, ਅਦਰ ਦਾ ਕੋਈ ਅਰਥ ਨਹੀਂ ਨਿਕਲੇਗਾ। ਇੱਥੇ ਸਤਿਗੁਰੂ ਫਰਮਾਉਂਦੇ ਆਧਾਰ ਪੜ੍ਹਨਾ, ਐੜੇ ਨੂੰ ਮੁਕਤਾ ਲਾ ਕੇ ਧੱਦਾ ਰਾਰਾ ਇਕੱਠਾ ਪੜ੍ਹਨਾ। ਹੁਕਮ ਹੈ ਧਾਰ ਆਧਾਰ ਰਖਾਵੇ, ਧਾਰ ਦਾ ਭਾਵ ਕਿ ਪੈਦਾ ਕਰਦਾ ਹੈ ਪਰਮੇਸ਼ਰ ਅਕਾਲ ਪੁਰਖ, ਹੁਕਮ ਦੇ ਵਿੱਚ ਹੀ ਉਹ ਇਸ ਧਰਤੀ ਨੂੰ ਪੈਦਾ ਕਰਦਾ ਹੈ। ਆਧਾਰ ਦਾ ਅਰਥ ਕਿ ਨਿਰਧਾਰ ਤੇ ਆਸਰੇ ਤੋਂ ਬਗੈਰ ਹੀ ਰਖਾਵੇ, ਇਸ ਧਰਤੀ ਨੂੰ ਪਰਮੇਸ਼ਰ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਪੈਦਾ ਕਰਕੇ ਬਿਨਾਂ ਕਿਸੇ ਆਸਰੇ ਤੋਂ ਟਿਕਾ ਕੇ ਰੱਖਿਆ ਆ। ਇਸ ਕਰਕੇ ਸਤਿਗੁਰ ਫਰਮਾਉਂਦੇ ਜਿੱਦਾਂ ਬਿਨ ਥੰਮਾ ਅਸਮਾਨ, ਉਹ ਅਸਮਾਨ ਵੀ ਬਿਨਾਂ ਥੰਮਾ ਤੋਂ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਨਾਲ ਟਿਕਿਆ ਆ। ਇਸੇ ਤਰ੍ਹਾਂ ਇੱਥੇ ਫਰਮਾਉਂਦੇ ਹੁਕਮੇ ਧਾਰ ਆਧਾਰ ਰਖਾਵੇ, ਭਾਵ ਵੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਪੈਦਾ ਕਰਕੇ ਬਿਨਾਂ ਕਿਸੇ ਆਸਰੇ ਤੋਂ ਟਿਕਾ ਰੱਖਿਆ ਹੈ। ਹੁਕਮ ਹੈ ਉਪਜੈ ਹੁਕਮ ਸਮਾਵੇ, ਤੇ ਜਗਤ ਦੇ ਉਸ ਦੇ ਹੁਕਮ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਵਿੱਚ ਹੀ ਲੀਨ ਹੋ ਜਾਂਦਾ ਹੈ। ਹੁਕਮ ਹੈ ਊਚ ਨੀਚ ਵਿਵਹਾਰ, ਸਤਿਗੁਰੂ ਫਰਮਾਉਂਦੇ ਹਨ ਕਿ ਹੁਕਮ ਦੇ ਵਿੱਚ ਹੀ ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਵੀ ਉਸ ਦੇ ਹੁਕਮ ਵਿੱਚ ਹੀ ਹੈ। ਹੁਕਮ ਹੈ ਅਨੇਕ ਰੰਗ ਪ੍ਰਕਾਰ, ਤੇ ਸਤਿਗੁਰ ਕਿਰਪਾ ਕਰਦੇ ਹਨ ਕਿ ਅਨੇਕਾਂ ਕਿਸਮਾਂ ਦੇ ਖੇਡ ਤਮਾਸ਼ੇ ਉਸ ਦੇ ਹੁਕਮ ਵਿੱਚ ਹੀ ਹੋ ਰਹੇ ਹਨ, ਭਾਵ ਕਿ ਆਗਿਆ ਵਿੱਚ ਅਨੇਕਾਂ ਪ੍ਰਕਾਰ ਤਰ੍ਹਾਂ ਦੇ ਰੰਗ ਆਨੰਦ, ਜਿਵੇਂ ਰਜੋ ਗੁਣੀ ਲਾਲ ਹਨ, ਤਮੋ ਗੁਣੀ ਕਾਲੇ, ਸਦੋ ਗੁਣੀ ਚਿੱਟੇ, ਭਾਵ ਕਿ ਕੋਈ ਰਾਜਸੀ ਤਾਮਸੀ ਸਾਤਵੀ ਆਦਿ ਸਭ ਹੁਕਮ ਵਿੱਚ ਹੀ ਹਨ, ਭਾਵ ਸਾਰੀ ਪਰਮੇਸ਼ਰ ਦੀ ਆਗਿਆ ਵਿੱਚ ਹਨ, ਕੋਈ ਸੁਤੰਤਰ ਨਹੀਂ। ਕਰ ਕਰ ਦੇਖੇ ਆਪਣੀ ਵਡਿਆਈ, ਹਰੀ ਵਾਹਿਗੁਰੂ ਆਪਣੀ ਵਡਿਆਈ ਇੱਛਾ ਅਨੁਸਾਰ ਸ੍ਰਿਸ਼ਟੀ ਨੂੰ ਪੈਦਾ ਕਰਕੇ ਆਪ ਹੀ ਦੇਖੇ, ਭਾਵ ਦੇਖਣਾ ਕਰਦਾ ਹੈ। ਨਾਨਕ ਸਭ ਮਹਿ ਰਹਿਆ ਸਮਾਈ, ਤੇ ਸਤਿਗੁਰ ਕਥਨ ਕਰਦੇ ਹਨ ਕਿ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਸਭ ਜੀਵਾਂ ਵਿੱਚ ਹੀ ਵਿਆਪਕ ਹੈ, ਸਾਰਿਆਂ ਵਿੱਚ ਹੀ ਸਮਾਇਆ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਅਕਾਲ ਪੁਰਖ ਆਪ ਸਮਾਇਆ ਹੋਇਆ ਹੈ। ਸਤਿਗੁਰਾਂ ਮਹਾਨ ਕਿਰਪਾ ਕੀਤੀ ਆ, ਆਪ ਸਮੂਹ ਸੰਗਤਾਂ ਨੇ ਹੀ 11ਵੀਂ ਅਸ਼ਟਪਦੀ ਇੱਕ ਸ਼ਲੋਕ ਤੇ ਇੱਕ ਪੌੜੀ ਦੀ 11ਵੀਂ ਅਸ਼ਟਪਦੀ ਦੀ ਇੱਕ ਪੌੜੀ ਦੀ ਕਥਾ ਵਿਚਾਰ ਸਰਵਣ ਕੀਤੀ। ਬਿਆੰਤੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ, ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ। ਆਓ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ। ਹੁਕਮ ਹੈ ਊਚ ਨੀਚ ਵਿਵਹਾਰ, ਹੁਕਮ ਹੈ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।